ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੁਨੀਆ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਇਹ ਹੈ ਕਿ ਦੁਨੀਆ ਦੀ ਸੁਪਰ ਪਾਵਰ ਜਾਣੀ ਜਾਣ ਵਾਲੀ ਸ਼ਕਤੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 3 ਨਵੰਬਰ ਨੂੰ ਹੋਣੀਆਂ ਨੇ। ਇੱਕ ਡਿਬੇਟ ਹੋ ਚੁੱਕੀ ਹੈ, ਇੱਕ 15 ਅਕਤੂਬਰ ਨੂੰ ਨਿਰਧਾਰਿਤ ਕੀਤੀ ਹੋਈ ਸੀ ਪਰ ਹੁਣ ਨਹੀਂ ਹੋਣੀ। ਕਾਰਨ ਕੀ ਨੇ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਯੂਨੀਅਨਾਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਨੇ ਮੁਲਾਕਾਤ ਵਾਸਤੇ ਇੱਕ ਸੱਦਾ ਪੱਤਰ ਫੇਰ ਭੇਜਿਆ ਹੈ ਤੇ ਹੁਣ ਜਥੇਬੰਦੀਆਂ ਇਹਦੇ ਤੇ ਕੀ ਸਟੈਂਡ ਲੈ ਰਹੀਆਂ ਨੇ, ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੇ ਖਬਰਾਂ ਵੇਖਣ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਕਿ ਮਾਪਿਆਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਸੁਨਹਿਰੇ ਭਵਿੱਖ ਵਾਸਤੇ ਭੇਜਿਆ ਹੋਵੇ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਸੁਪਨੇ ਚਕਨਾਚੂਰ ਹੋਏ ਹੋਣ। ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਹੈ, ਕੈਨੇਡਾ ਦੇ ਵਿੱਚ ਪੜ੍ਹਨ ਆਈ ਇੱਕ ਮੁਟਿਆਰ ਦੀ ਜਾਨ ਚਲੀ ਗਈ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਖਬਰ ਹੋਰ ਮਿਲ ਰਹੀ ਹੈ, 6 ਬੱਚਿਆਂ ਦੇ ਬਾਪ ਨੂੰ 6 ਅਕਤੂਬਰ ਨੂੰ 26 ਵਰ੍ਹਿਆਂ ਦੀ ਉਮਰ ਦੇ ਵਿੱਚ ਮਾਰ ਦਿੱਤਾ ਗਿਆ। ਘਟਨਾ ਕੀ ਵਾਪਰੀ ਹੈ, ਰਹੱਸ ਕੀ ਹੈ, ਇਹ ਬਹੁਤ ਅਹਿਮ ਖਬਰ ਹੈ। ਮਰਿਆ ਕੋਈ ਤੇ ਸਮਝਿਆ ਕਿਸੇ ਨੂੰ ਹੋਰ ਨੂੰ ਜਾ ਰਿਹਾ ਸੀ ਤੇ ਹਾਥ ਰਸਤੇ ਵਿੱਚ ਜਿਹੜੀ ਦਰਿੰਦਗੀ ਭਰੀ ਘਟਨਾ ਵਾਪਰੀ ਸੀ ਉਸ ਕੇਸ ਨੂੰ ਹੁਣ CBI ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਤੇ ਇੱਕ ਖਬਰ ਪੰਜਾਬ ਤੋਂ ਮਿਲ ਰਹੀ ਹੈ, ਪਹਿਲਾਂ ਵੀ ਖਬਰਾਂ ਇਸ ਤਰ੍ਹਾਂ ਦੀਆਂ ਮਿਲਦੀਆਂ ਰਹੀਆਂ ਨੇ। ਪਤਾ ਨਹੀਂ ਸਾਨੂੰ ਗੋਲੀਆਂ ਚਲਾਉਣ ਦਾ ਕਿੰਨਾ ਕੁ ਸ਼ੌਕ ਹੈ। ਮੰਗਣੀ ਹੋ ਰਹੀ ਸੀ, ਰੰਗ ਵਿੱਚ ਭੰਗ ਪੈ ਗਿਆ, ਗੋਲੀ ਚਲਾਈ ਕਿਵੇਂ ਤੇ ਲੱਗੀ ਕਿਹਦੇ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਆਓ ਹੁਣ ਸਭ ਤੋਂ ਪਹਿਲੀ ਤੇ ਅਹਿਮ ਵੱਡੀ ਖਬਰ, ਕਿਉਂਕਿ ਜੇਕਰ ਆਖੀਏ ਤੇ ਭਾਰਤ ਦੇ ਵਿੱਚ ਪੰਜਾਬ, ਹਰਿਆਣਾ ਤੇ ਕੁਝ ਹੋਰ ਸੂਬੇ ਨੇ ਜਿਹੜੇ ਖੇਤੀ ਪ੍ਰਧਾਨ ਸੂਬੇ ਨੇ, ਖੇਤੀ ਦੇ ਵਿਰੋਧ ਦੇ ਵਿੱਚ ਜਿਹੜੇ ਕਹਿੰਦੇ ਬਿੱਲ ਕਾਨੂੰਨ ਬਣ ਚੁੱਕੇ ਨੇ, ਉਹਨਾਂ ਦੀ ਵਿਰੋਧਤਾ ਕਰਦੇ ਹੋਏ ਪੰਜਾਬ ਦੇ ਵਿੱਚ ਵੀ 31 ਕਿਸਾਨ ਜਥੇਬੰਦੀਆਂ ਇਸ ਵਕਤ ਅੰਦੋਲਨ ਦੇ ਰਾਹ ਤੇ ਨੇ। ਕੋਈ ਸੜਕਾਂ ਰੋਕੀ ਬੈਠਾ ਹੈ, ਕੋਈ ਟੋਲ ਪਲਾਜ਼ੇ ਰੋਕੀ ਬੈਠਾ ਹੈ, ਕਿਸੇ ਨੇ ਰੇਲ ਮਾਰਗ ਰੋਕੇ ਹੋਏ ਨੇ। ਤੇ ਹੁਣ ਇਹਨਾਂ ਕਾਨੂੰਨਾਂ ਦੇ ਖਿਲਾਫ ਆਪੋ ਆਪਣੇ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ। ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਗੱਲਬਾਤ ਦਾ ਸੱਦਾ ਪੱਤਰ ਭੇਜਿਆ ਗਿਆ ਹੈ ਅਤੇ ਇਹ ਸੱਦਾ ਪੱਤਰ ਵੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਨੇ ਸੰਜੇ ਅਗਰਵਾਲ, ਉਹਨਾਂ ਦੇ ਵੱਲੋਂ ਭੇਜਿਆ ਗਿਆ। ਤੇ ਜਿਹੜਾ ਪੱਤਰ ਮਿਲਿਆ ਹੈ ਇਹ ਤਾਰੀਖ 10 ਅਕਤੂਬਰ ਦਾ। 10 ਅਕਤੂਬਰ ਨੂੰ ਇਹ ਚਿੱਠੀ, ਇਹ ਪੱਤਰ ਲਿਖਿਆ ਗਿਆ ਤੇ ਇਹ ਪੱਤਰ ਸਾਰੀਆਂ ਹੀ ਪੰਜਾਬ ਦੀਆਂ 31 ਜਥੇਬੰਦੀਆਂ ਨੂੰ ਇਸ ਸਕੱਤਰ ਦੇ ਵੱਲੋਂ ਭੇਜਿਆ ਗਿਆ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਵੀ ਇਸੇ ਤਰ੍ਹਾਂ ਦੀ ਇੱਕ ਈਮੇਲ ਆਈ ਸੀ, ਇਸੇ ਹੀ ਵਿਭਾਗ ਵੱਲੋਂ ਤੇ ਇਸੇ ਹੀ ਸਕੱਤਰ ਵੱਲੋਂ ਆਈ ਸੀ। ਉਹਦੇ ਵਿੱਚ ਵੀ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਤੇ ਪਿਛਲਾ ਸੱਦਾ ਪੱਤਰ 6 ਅਕਤੂਬਰ ਦਾ ਸੀ। ਤੇ ਹੁਣ ਸਾਰੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਕੇਂਦਰ ਦੀ, ਕਿਉਂਕਿ ਪੁਰਾਣੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਅਸੀਂ ਉਸ ਵਿਅਕਤੀ ਨਾਲ ਗੱਲਬਾਤ ਕਰਾਂਗੇ ਜਿਹੜਾ ਫੈਸਲਾ ਲੈ ਸਕਦਾ ਹੋਵੇ। ਉਸ ਪੱਤਰ ਨੂੰ ਉਹਨਾਂ ਨੇ ਗੈਰ ਅਧਿਕਾਰਤ ਕਰਾਰ ਦੇ ਦਿੱਤਾ ਸੀ। ਪਰ ਜਿਹੜਾ ਆ ਨਵਾਂ ਸੱਦਾ ਪੱਤਰ ਸਾਹਮਣੇ ਆਇਆ, ਇਹ ਕੇਂਦਰੀ ਅਧਿਕਾਰੀ ਉਹਦੀ ਆਪਣੀ ਸਰਕਾਰੀ ਲੈਟਰ ਪੈਡ ਦੇ ਉੱਤੇ ਆਪਣੇ ਦਸਤਖਤਾਂ ਦੇ ਨਾਲ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਭੇਜਿਆ ਗਿਆ। ਤੇ ਹੁਣ ਇਸ ਲੈਟਰ ਨੂੰ ਮਿਲਣ ਤੋਂ ਬਾਅਦ, ਇਸ ਚਿੱਠੀ ਨੂੰ ਮਿਲਣ ਤੋਂ ਬਾਅਦ, ਸੱਦਾ ਪੱਤਰ ਮਿਲਣ ਤੋਂ ਬਾਅਦ ਸਾਰੀਆਂ ਜਥੇਬੰਦੀਆਂ 13 ਅਕਤੂਬਰ ਨੂੰ ਜਲੰਧਰ ਦੇ ਵਿੱਚ ਇੱਕ ਮੀਟਿੰਗ ਕਰ ਰਹੀਆਂ ਨੇ। ਉਸ ਮੀਟਿੰਗ ਦੇ ਵਿੱਚ ਇਹ ਜਥੇਬੰਦੀਆਂ ਵੇਖਣਗੀਆਂ ਕਿ ਇਸ ਸੱਦੇ ਪੱਤਰ ਨੂੰ ਪ੍ਰਵਾਨ ਕਰਨਾ ਜਾਂ ਪਹਿਲੇ ਪੱਤਰ ਵਾਂਗੂ ਇਹਨੂੰ ਵੀ ਰੱਦ ਕਰਨਾ। ਹੁਣ ਇੱਕ ਜਥੇਬੰਦੀ ਦੇ ਇੱਕ ਆਗੂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਗੱਲਬਾਤ ਜਾਂ ਚਰਚਾ ਕਰਨੀ ਹੈ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਆ ਕੇ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਪਰ ਹੁਣ 13 ਅਕਤੂਬਰ ਨੂੰ ਰਣਨੀਤੀ ਅਗਲੀ ਦਾ ਪਤਾ ਲੱਗਣਾ ਹੈ ਕਿ ਪਿਛਲੇ ਸੱਦੇ ਦੇ ਵਾਂਗ ਕੀ ਸੱਦਾ ਇਹ ਸਾਰੀ ਦੀਆਂ ਸਾਰੀਆਂ ਜਥੇਬੰਦੀਆਂ ਨਾ ਮਨਜ਼ੂਰ ਕਰਦੀਆਂ ਨੇ ਜਾਂ ਇਸ ਸੱਦੇ ਪੱਤਰ ਨੂੰ ਪ੍ਰਵਾਨ ਕਰਕੇ ਕੇਂਦਰੀ ਜਿਹੜੀ ਖੇਤੀਬਾੜੀ ਗ੍ਰਹਿ ਮੰਤਰਾਲੇ ਦਾ ਸਕੱਤਰ ਅਗਰਵਾਲ ਹੈ ਉਹਦੇ ਨਾਲ ਇਹ ਗੱਲਬਾਤ ਕਰਨ ਵਾਸਤੇ ਪੁੱਜਦੀਆਂ ਨੇ। ਸੋ ਵੇਖਣਾ ਹੋਏਗਾ 13 ਅਕਤੂਬਰ ਦੀ ਅਗਲੀ ਮੀਟਿੰਗ ਤੋਂ ਬਾਅਦ ਕਿ ਕੀ ਹੁੰਦਾ। ਪਰ ਕੇਂਦਰ ਦੀਆਂ ਸਰਕਾਰ ਦੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਲਗਭਗ 22-23 ਸੂਬੇ ਨੇ
ਜਿੱਥੇ ਇਸ ਵਕਤ ਕਿਸਾਨ ਤੇ ਮਜ਼ਦੂਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਹਾਲੇ ਤੱਕ ਆਪਣੀ ਜਿੱਦ ਤੇ ਅੜੀਆਂ ਹੋਈਆਂ ਨੇ। ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਿੱਦ ਤੇ ਅੜੀਆਂ ਹੋਈਆਂ ਨੇ। ਸੋ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, 3 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ ਅਮਰੀਕਾ ਦੇ ਵਿੱਚ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਇਸ ਵਕਤ ਰਿਪਬਲਿਕਨ ਪਾਰਟੀ ਦੇ ਦੁਬਾਰਾ ਫਿਰ ਤੋਂ ਉਮੀਦਵਾਰ ਨੇ ਅਤੇ ਦੂਸਰੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ। ਇਹਨਾਂ ਮੁਲਕਾਂ ਦੇ ਵਿੱਚ ਦਰਅਸਲ ਕਿਸੇ ਵੀ ਚੋਣ ਤੋਂ ਪਹਿਲਾਂ ਕਈ ਬਹਿਸ ਡਿਬੇਟਸ ਹੋਇਆ ਕਰਦੀਆਂ ਨੇ, ਜਿਸ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਜਿਹੜੇ ਅਨਡਿਸਾਈਡਡ ਵੋਟਰ ਹੋਇਆ ਕਰਦੇ ਨੇ, ਜਿਹੜੇ ਕਿਸੇ ਪਾਰਟੀ ਦੇ ਨਾਲ ਬੱਝੇ ਨਹੀਂ ਹੋਏ, ਉਹ ਫਿਰ ਤਹੀਆ ਕਰਦੇ ਆ ਕਿ ਕਿਹੜੀ ਪਾਰਟੀ ਦੇ ਹੱਕ ਵਿੱਚ ਜਾਂ ਕਿਹੜੇ ਲੀਡਰ ਦੇ ਹੱਕ ਵਿੱਚ ਜਾਂ ਕਿਸ ਦੇ ਵਿਰੋਧ ਦੇ ਵਿੱਚ ਆਪਾਂ ਆਪਣੀ ਵੋਟ ਦੇਣੀ ਹੈ। ਇੱਕ ਬਹਿਸ ਹੋ ਚੁੱਕੀ ਹੈ, ਦੂਸਰੀ ਬਹਿਸ ਹੋਣੀ ਸੀ। ਡੋਨਲਡ ਟਰੰਪ ਅਤੇ ਜੋ ਬਾਈਡਨ ਦੇ ਵਿਚਕਾਰ ਇਹ ਦੂਸਰੀ ਬਹਿਸ ਆਉਣ ਵਾਲੀ 15 ਤਰੀਕ ਨੂੰ 15 ਅਕਤੂਬਰ ਨੂੰ ਨਿਰਧਾਰਤ ਕੀਤੀ ਹੋਈ ਸੀ, ਪਰ ਹੁਣ ਜਾਣਕਾਰੀ ਮਿਲੀ ਹੈ ਕਿ ਇਹ ਬਹਿਸ ਨਹੀਂ ਹੋਏਗੀ, ਇਹ ਬਹਿਸ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਤੁਹਾਨੂੰ ਯਾਦ ਹੋਣਾ ਕਿ ਕੋਵਿਡ-19 ਤੋਂ ਪੋਜ਼ਿਟਿਵ ਪਾਏ ਗਏ ਸੀ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਡੈਮੋਕ੍ਰੈਟਿਕ ਉਮੀਦਵਾਰ ਜਾਂ ਵਿਰੋਧੀ ਇਹਨਾਂ ਦੇ ਉਮੀਦਵਾਰ, ਉਹਨਾਂ ਨੇ ਵਰਚੁਅਲ ਬਹਿਸ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪ੍ਰਬੰਧਕਾਂ ਨੇ ਫੈਸਲਾ ਕਰ ਲਿਆ ਕਿ ਜੇਕਰ ਉਮੀਦਵਾਰ ਸਹਿਮਤੀ ਨਹੀਂ ਨੇ ਤਾਂ ਫਿਰ ਆਪਾਂ ਇਹ ਡਿਬੇਟ ਨਹੀਂ ਕਰਾਂਗੇ। ਪਹਿਲਾਂ ਇਹ ਬਹਿਸ ਵੀਰਵਾਰ ਨੂੰ ਵਰਚੁਅਲ ਢੰਗ ਨਾਲ ਕਰਵਾਏ ਜਾਣ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ, ਪਰ ਹੁਣ CPD ਨੇ ਸ਼ੁੱਕਰਵਾਰ ਨੂੰ ਭਾਵ ਕੱਲ੍ਹ ਪੁਸ਼ਟੀ ਕੀਤੀ ਸੀ। ਉਹਦੇ ਤੋਂ ਬਾਅਦ ਕੱਲ੍ਹ ਦੁਬਾਰਾ ਫਿਰ ਖਬਰਾਂ ਆਈਆਂ ਕਿ ਅਸੀਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਵਿਚਕਾਰ ਹੋਣ ਵਾਲੀ ਮਿਆਮੀ ਦੀ ਦੂਸਰੀ ਬਹਿਸ ਰੱਦ ਕਰ ਰਹੇ ਹਾਂ, ਪਰ ਜਿਹੜੀ ਤੀਸਰੀ ਬਹਿਸ ਹੋਏਗੀ 22 ਅਕਤੂਬਰ ਨੂੰ ਨੈਸ਼ਵਿਲ ਟੈਨਸੀ ਦੇ ਵਿੱਚ, ਉਸ ਬਹਿਸ ਦੀਆਂ ਕਹਿੰਦੇ ਅਸੀਂ ਤਿਆਰੀਆਂ ਕਰ ਰਹੇ ਹਾਂ। ਅਮਰੀਕਾ ਦੇ ਵਿੱਚ ਇਹ ਚੋਣਾਂ 3 ਨਵੰਬਰ ਨੂੰ ਹੋਣੀਆਂ ਨੇ ਤੇ ਜਿਹੜੀ ਆਖਰੀ ਬਹਿਸ ਹੋਏਗੀ ਲਗਭਗ 10 ਦਿਨ ਪਹਿਲਾਂ ਇਹ ਚੋਣਾਂ ਤੋਂ ਹੋਵੇਗੀ। ਹੁਣ ਜਿਹੜੀ ਪਹਿਲੀ ਬਹਿਸ ਉਹ 29 ਸਤੰਬਰ ਨੂੰ ਹੋਈ ਸੀ, ਪਰ ਹੁਣ ਇੱਥੇ ਇੱਕ ਗੱਲ ਬਹੁਤ ਅਹਿਮ ਹੈ ਤੇ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਸਾਰੇ ਲਗਭਗ ਸਿਹਤ ਮਾਹਿਰ ਇਸ ਗੱਲ ਦੇ ਬਾਬਤ ਆਖ ਰਹੇ ਨੇ ਤੇ ਇੱਕ ਮਤ ਨੇ ਤੇ ਇੱਕ ਸੁਰ ਨੇ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਵਿਡ ਹੁੰਦਾ ਤਾਂ ਘੱਟੋ ਘੱਟ ਉਸ ਨੂੰ 14 ਦਿਨ ਦੀ ਆਈਸੋਲੇਸ਼ਨ ਦੇ ਵਿੱਚ ਰਹਿਣਾ ਪੈਂਦਾ। ਦੂਸਰੀ ਗੱਲ, ਕੈਨੇਡਾ ਵਰਗੇ ਮੁਲਕ ਨੇ ਤਾਂ ਇਸ ਤਰ੍ਹਾਂ ਦੇ ਸਖਤ ਕਾਨੂੰਨ ਬਣਾਏ ਤੇ ਅਪਣਾਏ ਹੋਏ ਨੇ ਕਿ ਜੇਕਰ ਤੁਸੀਂ ਕਿਸੇ ਵਿਦੇਸ਼ ਦੀ ਯਾਤਰਾ ਕਰਕੇ ਵੀ ਵਾਪਸ ਪਰਤਦੇ ਹੋ, ਭਾਵੇਂ ਤੁਸੀਂ ਕੋਵਿਡ-19 ਤੋਂ ਪ੍ਰਭਾਵਿਤ ਹੁੰਦੇ ਹੋ ਜਾਂ ਨਹੀਂ ਹੁੰਦੇ, ਤਾਂ ਵੀ ਤੁਹਾਨੂੰ 14 ਦਿਨਾਂ ਦੇ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੈ। ਤੇ ਦੂਸਰੇ ਪਾਸੇ ਜਿਹੜੀ ਇਹਨਾਂ ਸਾਰੀਆਂ ਡਿਜ਼ੀਜ਼ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਹੈ, ਉਹ ਤੇ ਖੁਦ ਕਹਿੰਦੀ ਹੈ ਕਿ 14 ਦਿਨ ਦੀ ਤੁਹਾਨੂੰ ਆਈਸੋਲੇਸ਼ਨ ਬਹੁਤ ਲਾਜ਼ਮੀ ਹੈ। ਹੁਣ ਤੁਸੀਂ ਦੇਖੋ ਕਿ ਜਿਸ ਵਿਅਕਤੀ ਨੇ ਕਾਨੂੰਨ ਬਣਾਉਣੇ ਹੁੰਦੇ ਨੇ, ਜਿਹਨੂੰ ਲੋਕਾਂ ਨੇ ਦੇਖਣਾ ਹੁੰਦਾ, ਜਿਹਨੂੰ ਲੋਕਾਂ ਨੇ ਫੋਲੋ ਕਰਨਾ ਹੁੰਦਾ, ਤੇ ਉਹ ਕਾਨੂੰਨ ਦੀਆਂ ਧੱਜੀਆਂ ਕਿਵੇਂ ਅੜਾਉਂਦੇ ਆ, ਇਹ ਕਿਸੇ ਨੂੰ ਪਤਾ ਨਹੀਂ, ਨਾ ਅਮੀਰ ਨੂੰ, ਨਾ ਗਰੀਬ ਨੂੰ, ਨਾ ਕਿਸੇ ਲੀਡਰ ਨੂੰ, ਕਿ ਕਦੋਂ ਕਿਸੇ ਨੂੰ ਕੋਵਿਡ ਹੋ ਜੇ। ਰਾਸ਼ਟਰਪਤੀ ਟਰੰਪ ਨੂੰ ਕੋਵਿਡ ਹੋਇਆ, ਉਹ ਪੋਜ਼ਿਟਿਵ ਪਾਏ ਗਏ, ਉਹਦੇ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ। ਹਸਪਤਾਲ ਦੇ ਵਿੱਚ ਦਾਖਲ ਹੁੰਦੇ ਆਪਣੇ ਸਮਰਥਕਾਂ ਨੂੰ ਬਾਹਰ ਕਾਰ ਦੇ ਵਿੱਚ ਚੱਕਰ ਲਾਉਣ ਵੀ ਆਏ। ਇਹ ਆਪਣੇ ਆਪ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਅੜਾਉਣ ਵਾਲੀ ਗੱਲ ਸੀ। ਉਹਦੇ ਤੋਂ ਬਾਅਦ 14 ਦਿਨ ਹਜੇ ਉਹਨਾਂ ਨੂੰ ਹੋਏ ਨਹੀਂ, ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਵਾਈਟ ਹਾਊਸ ਵਿੱਚ ਪਰਤੇ। ਵਾਈਟ ਹਾਊਸ ਵਿੱਚ ਪਰਤਦੇ ਸਮੇਂ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਵੀਡੀਓ ਵਾਇਰਲ ਹੋਏ, ਜਿਸ ਦੇ ਵਿੱਚ ਉਹਨੇ ਮਾਸਕ ਫਿਰ ਨਹੀਂ ਪਹਿਨਿਆ ਹੋਇਆ। ਉਹਦੇ ਤੋਂ ਬਾਅਦ ਜੋ ਬਾਈਡਨ ਸਾਹਿਬ ਨੇ ਆਖਿਆ ਸੀ ਕਿ ਦੇਖੋ ਠੀਕ ਹੈ, ਇਹ ਨਹੀਂ ਪਤਾ ਕਿ ਕਿਹਨੂੰ ਕੋਵਿਡ ਹੋ ਜਾਣਾ ਤਾਂ ਕਿਹਨੂੰ ਨਹੀਂ ਹੋਣਾ, ਪਰ ਰਾਸ਼ਟਰਪਤੀ ਟਰੰਪ ਸਾਹਿਬ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਸੀ, ਉਹਨਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਹੋਣਾ ਪਿਆ ਸੀ। ਉਹ ਕਹਿੰਦੇ ਜਿਹੜਾ ਕਾਨੂੰਨ ਹਰ ਇੱਕ ਵਿਅਕਤੀ ਤੇ ਲਾਗੂ ਕੀਤਾ ਜਾ ਰਿਹਾ, ਦੁਨੀਆ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਕੋਵਿਡ ਹੋਣ ਤੋਂ ਬਾਅਦ 14 ਦਿਨ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਵਿੱਚ ਰਹਿਣਾ ਲਾਜ਼ਮੀ ਹੈ, ਰਾਸ਼ਟਰਪਤੀ ਟਰੰਪ ਤੇ ਆਪ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੈ। ਖੈਰ ਕੁਝ ਵੀ ਹੋਵੇ, ਇਹ ਗੱਲ ਮਾੜੀ ਸੀ, ਪਰ ਉਹਨਾਂ ਨੂੰ ਸਿਰਫ ਤੇ ਸਿਰਫ ਚੋਣਾਂ ਨਜ਼ਰ ਆ ਰਹੀਆਂ ਸਨ। ਮੈਨੂੰ ਲੱਗਦਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਮੈਂ ਇਸ ਵਕਤ ਬਾਹਰ ਨਾ ਨਿਕਲਿਆ ਕਿਤੇ ਗੇਮ ਹੱਥੋਂ ਨਾ ਨਿਕਲ ਜਾਵੇ। ਪਰ ਜਿਹੜੀਆਂ ਗੱਲਾਂ ਅਸੀਂ ਆਮ ਨਾਗਰਿਕ ਜਾਂ ਨਾਗਰਿਕਾਂ ਤੇ ਲਾਗੂ ਕਰਦੇ ਹਾਂ ਕਿ ਉਹ ਲੀਡਰਾਂ ਤੇ ਲਾਗੂ ਨਹੀਂ ਹੁੰਦੀਆਂ। ਇਸ ਤਰ੍ਹਾਂ ਦੇ ਕਾਨੂੰਨ ਆਮ ਲੋਕ ਚਰਚਾ ਕਰਦੇ ਆ ਕਿ ਭਾਰਤ ਦੇ ਵਿੱਚ ਨੇ, ਉੱਥੇ ਗਰੀਬਾਂ ਵਾਸਤੇ ਹੋਰ ਕਾਨੂੰਨ ਤੇ ਅਮੀਰਾਂ ਵਾਸਤੇ ਹੋਰ ਕਾਨੂੰਨ। ਇਹਦਾ ਮਤਲਬ ਰਾਸ਼ਟਰਪਤੀ ਟਰੰਪ ਸਾਹਿਬ ਨੇ ਵੀ ਉਹੀ ਗੱਲ ਸਿੱਧ ਕਰ ਦਿੱਤੀ ਹੈ ਕਿ ਜੇਕਰ ਕਿਸੇ ਆਮ ਵਿਅਕਤੀ ਨੂੰ ਕੋਵਿਡ ਹੁੰਦਾ ਹੈ, 14 ਦਿਨ ਉਸ ਨੂੰ ਸੈਲਫ ਆਈਸੋਲੇਟ ਵੀ ਕੀਤਾ ਜਾਂਦਾ ਹੈ।
ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਤੱਕ ਵਿਖਾਇਆ ਨਹੀਂ ਜਾਂਦਾ। ਪਰ ਬਾਰੇ ਬਲਿਹਾਰੇ ਜਾਈਏ, ਕੋਵਿਡ ਵੀ ਹੋਇਆ, ਇਲਾਜ ਲਈ ਹਸਪਤਾਲ ਵਿੱਚ ਦਾਖਲ ਵੀ ਹੋਏ, ਸਮਰਥਕਾਂ ਨੂੰ ਵੇਵ ਕਰਨ ਵੀ ਆਏ, ਬਾਅਦ ਦੇ ਵਿੱਚ 14 ਦਿਨ ਆਈਸੋਲੇਟ ਵੀ ਨਹੀਂ ਰਹੇ ਅਤੇ ਮਾਸਕ ਕਈਆਂ ਥਾਵਾਂ ਤੇ ਦੁਬਾਰਾ ਫੇਰ ਵੀ ਨਹੀਂ ਪਹਿਨਿਆ। ਪਹਿਲਾਂ ਵੀ ਮਾਸਕ ਪਹਿਨਣ ਤੋਂ ਉਹ ਇਨਕਾਰ ਕਰਦੇ ਰਹੇ ਹੈ। ਖੈਰ, ਇਸ ਗੱਲ ਨੂੰ ਆਧਾਰ ਬਣਾ ਕੇ ਜਿਹੜੀ ਦੂਸਰੀ ਬਹਿਸ ਹੋਣੀ ਸੀ ਉਹ ਪ੍ਰਬੰਧਕਾਂ ਨੇ ਰੱਦ ਕਰ ਦਿੱਤੀ ਹੈ। ਅਗਲੀ ਬੜੀ ਮੰਦਭਾਗੀ ਖਬਰ ਹੈ। ਕੈਨੇਡਾ ਦੇ ਵਿੱਚ ਸੁਨਹਿਰੀ ਸੁਪਨੇ ਸਜਾ ਕੇ ਇੱਕ ਮੁਟਿਆਰ ਆਈ। ਉਸਦੇ ਮਾਪਿਆਂ ਦੇ ਵੀ ਸੁਪਨੇ ਹੋਣਗੇ, ਪਰ ਸੁਪਨੇ ਚਕਨਾਚੂਰ ਹੋ ਗਏ ਹੈ। ਲਗਭਗ ਹਰ ਇੱਕ ਮਾਪਾ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਚੇਰੀ ਸਿੱਖਿਆ ਦਿਵਾਈ ਜਾ ਸਕੇ। ਉਹਨਾਂ ਨੂੰ ਜ਼ਿੰਦਗੀ ਬਿਹਤਰ ਬਣਾਉਣ ਦੇ ਵਾਸਤੇ ਆਪਣੇ ਦਿਲ ਤੇ ਪੱਥਰ ਰੱਖ ਕੇ ਕਈ ਵਾਰੀ ਆਪਣੀਆਂ ਅੱਖਾਂ ਤੋਂ ਦੂਰ ਭੇਜਣਾ ਪੈਂਦਾ, ਵਿਦੇਸ਼ ਭੇਜ ਦਿੰਦੇ ਆ ਮਾਪੇ, ਭਾਵੇਂ ਕਾਰਨ ਕੋਈ ਵੀ ਰਹੇ ਹੋਣ। ਪਰ ਤੁਹਾਨੂੰ ਪਤਾ ਕਿ ਬਹੁਤ ਸਾਰੇ ਮਾਪੇ ਇਸ ਸਥਿਤੀ ਵਿੱਚ ਵੀ ਨਹੀਂ ਹੁੰਦੇ ਕਿ ਉਹ ਉਹਨਾਂ ਬੱਚਿਆਂ ਨੂੰ ਕਿਸੇ ਚੰਗੇ ਮੁਲਕ ਵਿੱਚ ਚੰਗੇ ਸਕੂਲ ਕਾਲਜ ਵਿੱਚ ਪੜ੍ਹਨ ਵਾਸਤੇ ਭੇਜ ਦੇਣ। ਫਿਰ ਕਰਜ਼ ਚੁੱਕਦੇ ਆ, ਇੱਧਰੋਂ ਉੱਧਰੋਂ ਪੈਸੇ ਫੜਦੇ ਆ, ਪਰ ਉਹ ਆਪਣੇ ਤੇ ਆਪਣੇ ਬੱਚਿਆਂ ਦੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਆ। ਪਰ ਕਈ ਵਾਰੀ ਕੁਦਰਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਹੁੰਦਾ। ਅਣਹੋਣੀ ਇਸ ਤਰ੍ਹਾਂ ਦੀ ਵਾਪਰਦੀ ਹੈ ਕਿ ਮਾਪਿਆਂ ਦੇ ਅਤੇ ਔਲਾਦ ਦੇ ਸੁਨਹਿਰੇ ਭਵਿੱਖ ਨੂੰ ਚਕਨਾਚੂਰ ਕਰਕੇ ਰੱਖ ਜਾਂਦੀ ਹੈ। ਅਰਦਾਸਾਂ ਕੀਤੀਆਂ ਵੀ ਕਈ ਵਾਰੀ ਰਾਸ ਨਹੀਂ ਆਉਂਦੀਆਂ। ਉਦਾਸੀ ਦੇ ਆਲਮ ਵਿੱਚ ਫਿਰ ਸਾਰੀ ਜ਼ਿੰਦਗੀ ਪਰ ਮਾਪੇ ਰਹਿੰਦੇ ਹੈ ਤੇ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਹੰਝੂਆਂ ਤੋਂ ਬਗੈਰ ਕੁਝ ਰਹਿੰਦਾ ਨਹੀਂ। ਅਜਿਹਾ ਹੀ ਇੱਕ ਭਾਣਾ ਵਾਪਰ ਗਿਆ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦਾ ਇਹ ਪਰਿਵਾਰ ਸੀ, ਜਿਸ ਨੇ ਆਪਣੀ ਬੱਚੀ ਨੂੰ, ਆਪਣੀ ਧੀ ਨੂੰ ਸ਼ਾਇਦ ਇਹ ਸੋਚ ਕੇ, ਇਹ ਸਮਝ ਕੇ ਚੰਗੀ ਸਿੱਖਿਆ ਦੇ ਵਾਸਤੇ ਚੰਗੇ ਮੁਲਕ ਕੈਨੇਡਾ ਦੇ ਵਿੱਚ ਬਿਹਤਰ ਜ਼ਿੰਦਗੀ ਦੇ ਵਾਸਤੇ ਭੇਜਿਆ। ਪਰ ਅਣਹੋਣੀ ਅੱਗੇ ਕਿਸੇ ਦੀ ਕੋਈ ਵਾਹ ਨਹੀਂ ਜਾਂਦੀ। ਮਾਪਿਆਂ ਦੇ ਵੀ ਤੇ ਉਸ ਧੀ ਦੇ ਵੀ ਸੁਪਨੇ ਚਕਨਾਚੂਰ ਹੋਇਆ। ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਇੱਕ ਸੜਕ ਹਾਦਸਾ ਬੀਤੇ ਦਿਨੀ ਵਾਪਰਿਆ। ਇਸ ਸੜਕ ਹਾਦਸੇ ਨੇ ਸ਼ੇਰਖਾਂ ਦੀ ਇਸ ਬੱਚੀ ਦੀ, ਜਿਸ ਦਾ ਨਾਮ ਪਰਵਿੰਦਰ ਕੌਰ, ਜਿਸ ਨੂੰ ਛੋਟਾ ਨਾਮ ਉਰਫ ਪਰੀ ਆਖਿਆ ਜਾਂਦਾ ਸੀ, ਪਰੀ ਦੀ ਮੌਤ ਹੋ ਗਈ ਹੈ। ਜਦ ਕਿ ਉਸ ਦੇ ਨਾਲ ਸਫ਼ਰ ਕਰਨ ਵਾਲੇ ਉਸ ਹੀ ਪਿੰਡ ਸ਼ੇਰਖਾਂ ਦੇ ਭੈਣ ਭਰਾ ਇਸ ਵਕਤ ਇਲਾਜ ਵਾਸਤੇ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੇ ਨੇ। ਤਿੰਨੇ ਹੀ ਇਹ ਬੱਚੇ ਪਿੰਡ ਸ਼ੇਰਖਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਹੁਣ ਮ੍ਰਿਤਕਾ ਦੇ ਪਿਤਾ, ਪਰਵਿੰਦਰ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇੱਕ ਧੀ ਸੀ ਤੇ ਇੱਕ ਪੁੱਤਰ। ਆਪਣੀ ਧੀ ਨੂੰ ਚੰਗੇ ਸੁਨਹਿਰੇ ਭਵਿੱਖ ਦੇ ਵਾਸਤੇ ਅਸੀਂ ਕੈਨੇਡਾ ਦੇ ਵਿੱਚ ਪੜ੍ਹਨ ਭੇਜਿਆ ਸੀ ਤੇ ਇਹ ਪਰੀ ਦੀ ਇਸ ਵਕਤ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਜਦੋਂ ਇਹ ਦੁਰਘਟਨਾ ਵਾਪਰੀ ਆ ਉਸ ਵਕਤ ਉਹ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ ਕਿ ਰਸਤੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਕਾਰਨ ਪਰੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਸ਼ੇਰਖਾਂ ਪਿੰਡ ਦੀ, ਭਾਵ ਪਰੀ ਦੇ ਹੀ ਪਿੰਡ ਦੇ 2 ਭੈਣ ਭਰਾ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਤੇ ਹੁਣ ਜ਼ਖਮੀ ਭੈਣ ਭਰਾ ਦੇ ਪਿਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਰਣਜੀਤ ਕੌਰ, ਜਿਹੜੇ 2 ਸਕੇ ਭੈਣ ਭਰਾ ਨੇ, ਇਹ ਵੀ ਲਗਭਗ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਆਏ ਸੀ, ਪਰ ਪਤਾ ਨਹੀਂ ਸੀ ਕਿ ਅਣਹੋਣੀ ਇੰਝ ਵਾਪਰੇਗੀ। ਇਹ ਦੋਵੇਂ ਭੈਣ ਭਰਾ ਇਸ ਵਕਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਪਰ ਪਰਵਿੰਦਰ ਕੌਰ ਉਰਫ ਪਰੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ। ਅਸੀਂ ਪਰੀ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਪਰੀ ਦੇ ਮਾਪਿਆਂ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਹੁਣ ਦੁਰਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ, ਕਿਸੇ ਸਮੇਂ ਵੀ ਵਾਪਰ ਸਕਦੀ ਹੈ, ਪਰ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਜ਼ਰੂਰ ਕਰਦੇ ਹਾਂ ਕਿ ਜਦੋਂ ਸੜਕ ਤੇ ਗੱਡੀ ਚਲਾ ਰਹੇ ਹੁੰਦੇ ਹੋ, ਕਈ ਵਾਰੀ ਤੁਹਾਡਾ ਕੋਈ ਆਪਣਾ ਕਸੂਰ ਹੁੰਦਾ ਵੀ ਨਹੀਂ, ਕਸੂਰ ਕਿਸੇ ਦਾ ਹੁੰਦਾ, ਪਰ ਜਾਨ ਕਿਸੇ ਦੀ ਚਲੇ ਜਾਂਦੀ ਹੈ। ਇਸ ਕਰਕੇ ਇੱਕ ਤਾਂ ਭਾਵੇਂ ਤੁਸੀਂ ਕੰਮ ਤੇ ਜਾਣਾ ਹੈ, ਭਾਵੇਂ ਤੁਸੀਂ ਪੜ੍ਹਨ ਵਾਸਤੇ ਜਾ ਰਹੇ ਹੋ, ਭਾਵੇਂ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਾ ਰਹੇ ਹੋ, ਸਮਾਂ ਰੱਖ ਕੇ ਤੁਰਿਆ ਕਰੋ ਤਾਂ ਕਿ ਤੁਹਾਨੂੰ ਗੱਡੀ ਤੇਜ਼ ਰਫ਼ਤਾਰ ਵਿੱਚ, ਤੇਜ਼ ਸਪੀਡ ਵਿੱਚ ਨਾ ਚਲਾਉਣੀ ਪਵੇ। ਇੱਕ ਘੱਟੋ ਘੱਟ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਨਾ ਉਡਾਇਆ ਕਰੋ। ਕਈ ਵਾਰੀ ਸਾਡੀ ਅਣਗਹਿਲੀ ਕਿਸੇ ਹੋਰ ਵਿਅਕਤੀ ਦੀ ਜਾਨ ਲੈ ਲੈਂਦੀ ਹੈ ਤੇ ਉਹ ਜਾਨ ਇੰਨੀ ਕੁ ਕੀਮਤੀ ਹੁੰਦੀ ਹੈ, ਇੰਨੀ ਕੁ ਕੀਮਤੀ ਹੁੰਦੀ ਹੈ ਕਿ ਭਾਵੇਂ ਦੁਨੀਆ ਦੀ ਧਨ ਦੌਲਤ ਉਸ 'ਤੇ ਬਰਾਬਰ ਤੋਲ ਦਿੱਤੀ ਜਾਵੇ, ਪਰ ਉਸ ਜਾਨ ਨੂੰ ਦੁਬਾਰਾ ਦੁਨੀਆ 'ਤੇ ਲਿਆਂਦਾ ਨਹੀਂ ਜਾ ਸਕਦਾ। ਬਸ ਅਫਸੋਸ ਪ੍ਰਗਟਾਇਆ ਜਾ ਸਕਦਾ ਹੈ। ਸੋ ਅਸੀਂ ਇਸ ਪਰਿਵਾਰ ਦੇ ਨਾਲ ਡੂੰਘੇ ਦੁੱਖ ਦੇ ਵਿੱਚ ਆਪਣਾ ਦੁੱਖ ਸਾਂਝਾ ਕਰ ਰਹੇ ਹਾਂ ਅਤੇ ਉਹਨਾਂ ਦੇ ਇਸ ਦੁੱਖ ਵਿੱਚ ਅਸੀਂ ਸ਼ਰੀਕ ਹੋ ਰਹੇ ਹਾਂ। ਸੋ ਅਗਲੀ ਖਬਰ ਲਗਭਗ ਉਹ ਵੀ ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਹੈ। 6 ਬੱਚਿਆਂ ਦੇ ਬਾਪ ਨੂੰ ਬੀਤੀ 6 ਤਰੀਕ ਨੂੰ 6 ਅਕਤੂਬਰ ਨੂੰ
26 ਵਰਿਆਂ ਦੀ ਉਮਰ ਦੇ ਵਿੱਚ ਮਾਰ ਦਿੱਤਾ ਗਿਆ, ਖਪਾ ਦਿੱਤਾ ਗਿਆ, ਤੇ ਕਾਰਨ ਬੜਾ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਇਹ ਖਬਰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਜਿਹੜੀ 6 ਅਕਤੂਬਰ ਨੂੰ ਵਾਪਰੀ ਹੈ। ਅਸਲ ਦੇ ਵਿੱਚ ਇੱਕ ਵਪਾਰੀ ਨੇ ਇੱਕ ਮੌਤ ਦਾ ਨਾਟਕ ਰਚ ਲਿਆ। ਖੇਡ ਜੀ ਲੱਗੀ ਉਹਨੂੰ, ਉਹਨੇ ਕਾਰ ਵੀ ਸਾੜੀ ਤੇ ਕਾਰ ਦੇ ਅੰਦਰ ਆਪਣੇ ਸਾੜੇ ਜਾਣ ਦੀ ਇੱਕ ਕਹਾਣੀ ਵੀ ਰਚ ਦਿੱਤੀ। ਤੇ ਇਸ ਵਪਾਰੀ ਦਾ ਨਾਮ ਰਾਮ ਮੇਹਰ ਦੱਸਿਆ ਜਾ ਰਿਹਾ ਹੈ। ਤੇ ਉਹ ਬੰਦੇ ਨੇ ਇਸ ਕਹਾਣੀ ਦੇ ਵਿੱਚ ਜਿਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ, ਉਹ ਉਸਦੇ ਪਿੰਡ ਦਾ ਇੱਕ ਗਰੀਬ ਨੌਜਵਾਨ ਸੀ। ਪੁਲਿਸ ਨੂੰ ਕਾਰ ਵੀ ਮਿਲੀ, ਕਾਰ ਸੜੀ ਵੀ ਮਿਲੀ, ਕਾਰ ਦੇ ਵਿੱਚੋਂ ਇੱਕ ਲਾਸ਼ ਵੀ ਸੜੀ ਹੋਈ ਬਰਾਮਦ ਹੋਈ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਵਿਅਕਤੀ ਵਪਾਰੀ ਨਹੀਂ ਜਿਹੜਾ ਇਸ ਕਾਰ ਦੇ ਵਿੱਚ ਸੜ ਕੇ ਮਰ ਗਿਆ। ਅਸਲ ਦੇ ਵਿੱਚ ਉਹ 26 ਵਰਿਆਂ ਦਾ ਰਮਲੂ ਸੀ। ਜਾਣਕਾਰੀ ਮਿਲ ਰਹੀ ਹੈ ਕਿ ਰਮਲੂ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਤੇ ਰਮਲੂ ਦੇ 6 ਛੋਟੇ ਬੱਚੇ ਨੇ, ਘਰ ਵਾਲੀ ਹੈ ਅਤੇ ਇੱਕ ਬਜ਼ੁਰਗ ਮਾਂ ਵੀ ਹੈ। ਤੇ ਰਮਲੂ ਦੇ ਪਰਿਵਾਰ ਦਾ ਆਮਦਨ ਦਾ ਕੋਈ ਵੀ ਸਾਧਨ ਨਹੀਂ ਸੀ, ਸਿਰਫ ਤੇ ਸਿਰਫ ਇੱਕ ਰਮਲੂ ਕਮਾਊ ਸੀ। ਇਸ ਪਰਿਵਾਰ ਵਿੱਚ ਸਿਰਫ ਤੇ ਸਿਰਫ ਰਮਲੂ ਕਮਾਉਣ ਵਾਲਾ ਮੈਂਬਰ ਰਮਲੂ ਕਮਾਉਂਦਾ ਸੀ, ਡਮਰੂ ਵਜਾਉਂਦਾ ਸੀ ਤੇ ਆਪਣੇ ਪਰਿਵਾਰ ਦਾ ਡਮਰੂ ਵਜਾ ਕੇ ਖੇਡਾਂ ਖੇਡ ਕੇ ਪਾਲਣ ਪੋਸ਼ਣ ਕਰਦਾ ਸੀ। ਪਰ ਹੁਣ ਨਾ ਡਮਰੂ ਰਿਹਾ, ਨਾ ਰਮਲੂ ਰਿਹਾ। ਹੁਣ 6 ਬੱਚਿਆਂ ਦਾ ਪਾਲਣ ਪੋਸ਼ਣ ਕਿਹਨੇ ਕਰਨਾ ਹੈ? ਬਜ਼ੁਰਗ ਮਾਂ ਦੀ ਦੇਖ ਰੇਖ ਕਿਹਨੇ ਕਰਨੀ ਹੈ ਤੇ ਉਸਦੀ ਘਰ ਵਾਲੀ ਦੀ ਦੇਖ ਰੇਖ ਕਿਹਨੇ ਕਰਨੀ ਹੈ? ਹੁਣ ਪਰਿਵਾਰ ਦੀ ਰੋਜ਼ੀ ਰੋਟੀ ਦਾ ਸੰਕਟ ਪਰਿਵਾਰ ਦੇ ਸਾਹਮਣੇ ਖੜਾ ਹੈ। ਰਮਲੂ ਦੇ ਜਦੋਂ ਕਤਲ ਦਾ ਮਾਮਲਾ ਸਾਹਮਣੇ ਵਿੱਚ ਆਇਆ ਤਾਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਤਮ ਛਾਇਆ ਨਾ, ਉਹ ਰੋਂਦੇ ਧਾਰੀ ਤਰ ਰਹੇ। ਹੁਣ ਰਮਲੂ ਦੀ ਪਤਨੀ ਰੋਂਦੇ ਰੋਂਦੇ ਜੋ ਆਖ ਰਹੀ ਸੀ, ਆਪਣੇ ਆਪ ਦੇ ਵਿੱਚ ਹਿਰਦੇ ਵੇਦਕ ਸੀ ਤੇ ਹਿਰਦਾ ਵਲੂੰਧਰਨ ਵਾਲੀ ਸੀ। ਰਮਲੂ ਦੀ ਪਤਨੀ ਕਹਿੰਦੀ ਕਿ ਮੈਂ ਆਹ ਚੂੜੀਆਂ ਜਿਹੜੀਆਂ ਪਾਈਆਂ ਨੇ, ਇਹ ਕਾਹਦੇ ਵਾਸਤੇ ਪਾਈ ਬੈਠੀਆਂ ਜਦ ਮੇਰਾ ਸੁਹਾਗ ਹੀ ਉਜੜ ਗਿਆ। ਮੇਰੇ ਛੋਟੇ ਬੱਚਿਆਂ ਦੇ ਪਿਤਾ ਦਾ ਆਖਰੀ ਵਾਰ ਨਾ ਮੈਂ, ਨਾ ਮੇਰੇ ਬੱਚੇ, ਨਾ ਉਹਦੀ ਮਾਂ ਮੂੰਹ ਵੀ ਨਹੀਂ ਵੇਖ ਸਕੀ। ਮੈਂ ਪਤੀ ਦੇ ਸੀਨੇ ਤੇ ਸਿਰ ਰੱਖ ਕੇ ਰੋ ਵੀ ਨਹੀਂ ਸਕੀ। ਮੈਂ ਪਤੀ ਦੇ ਸੀਨੇ ਤੇ ਰੱਖ ਕੇ ਆਪਣੀਆਂ ਚੂੜੀਆਂ ਵੀ ਨਹੀਂ ਤੋੜ ਸਕੀ। ਹੁਣ ਜਦੋਂ ਰਮਲੂ ਦੀ ਘਰਵਾਲੀ ਆਹ ਗੱਲਾਂ ਆਖ ਰਹੀ ਸੀ, ਲਗਭਗ ਹਰ ਇੱਕ ਦੀ ਅੱਖ ਦੇ ਵਿੱਚੋਂ ਅਥਰੂ ਵਹਿ ਰਿਹਾ ਸੀ। ਜਾਣਕਾਰੀ ਮਿਲੀ ਹੈ ਕਿ ਬੀਤੇ ਕੱਲ੍ਹ ਨੈਸ਼ਨਲ ਅਲਾਇੰਸ ਅਤੇ ਦਲਿਤ ਹਿਊਮਨ ਰਾਈਟਸ ਦੇ ਕਨਵੀਨਰ ਨੇ ਵਕੀਲ ਰਜਤ ਕਲਸਨ, ਉਹਦੇ ਨਾਲ ਇਹ ਸਾਰਾ ਪਰਿਵਾਰ ਹਾਂਸੀ ਦੇ ਪੁਲਿਸ ਥਾਣੇ ਵਿੱਚ ਗਿਆ ਅਤੇ ਉੱਥੇ ਇਹਨਾਂ ਨੇ DSP ਨੂੰ ਮਿਲ ਕੇ ਮੰਗ ਕੀਤੀ ਹੈ ਕਿ ਦੋਸ਼ੀ ਰਾਮ ਮੇਹਰ ਨੂੰ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਰ ਵੀ ਜਿਹੜੇ ਖਿਲਾਫ ਲੋਕ ਨੇ, ਅਨੁਸੂਚਿਤ ਜਾਤੀ ਅਤੇ ਜਨਜਾਤੀ ਅਤਿਆਚਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ। ਘੱਟੋ ਘੱਟ ਪਰਿਵਾਰ ਨੂੰ ਮੁਆਵਜ਼ੇ ਦੇ 50 ਲੱਖ ਰੁਪਏ ਆਰਥਿਕ ਮਦਦ ਦਵਾਈ ਜਾਵੇ, ਕਿਉਂਕਿ ਸਾਡਾ ਤਾਂ ਇਸ ਵਕਤ ਹੋਰ ਕੋਈ ਚਾਰਾ ਹੀ ਨਹੀਂ। ਪੁਲਿਸ ਨੇ SC ST ਐਕਟ ਦੀ ਧਾਰਾ ਨਾਲ ਇਸ ਕਤਲ ਦੇ ਮੁਕੱਦਮੇ ਦੇ ਵਿੱਚ ਜੋੜ ਦਿੱਤੀ ਹੈ ਤੇ ਭਰੋਸਾ ਵੀ ਦਵਾਇਆ DSP ਨੇ ਕਿ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਕਰਨਗੇ ਤੇ ਕੋਸ਼ਿਸ਼ ਰਹੇਗੀ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ। ਹੁਣ ਇਹ ਮਾਮਲਾ ਦਰਅਸਲ ਵਾਪਰਿਆ ਕਿਵੇਂ, ਆਹ ਗੱਲ ਬੜੀ ਮੇਰੇ ਖਿਆਲ ਦੇ ਵਿੱਚ ਇਸ ਕਹਾਣੀ ਦਾ ਰਹੱਸ ਹੈ ਜਿਹੜਾ ਉਹ ਆਏ। ਡਿਸਪੋਜ਼ਲ ਗਲਾਸ ਬਣਾਉਣ ਵਾਲੀ ਫੈਕਟਰੀ ਦਾ ਮਾਲਕ ਸੀ ਰਾਮ ਮੇਹਰ। ਉਹਨੇ ਰਾਤ ਵਕਤ ਰਮਲੂ ਨੂੰ ਸ਼ਰਾਬ ਪਿਲਾਈ। ਸ਼ਰਾਬ ਪਿਲਾ ਕੇ ਪਹਿਲਾਂ ਰਮਲੂ ਦਾ ਉਸਨੇ ਕਤਲ ਕੀਤਾ ਤੇ ਬਾਅਦ ਦੇ ਵਿੱਚ ਜਿਹੜੀ ਉਸਨੇ ਕਹਾਣੀ ਘੜਨੀ ਸੀ, ਫਿਰ ਉਸ ਕਹਾਣੀ ਨੂੰ ਅੰਜਾਮ ਦਿੱਤਾ। ਉਹਨੇ ਕਾਰ ਸਾੜੀ। ਕਾਰ ਸਾੜਨ ਤੋਂ ਪਹਿਲਾਂ ਉਹਨੇ ਆਪਣੇ ਭਾਣਜੇ ਨੂੰ ਫੋਨ ਤੇ ਜਿਹੜੀ ਗੱਲ ਕਹੀ, ਉਹ ਦੇਖੋ ਕੀ ਕਿਹਾ। ਉਹ ਆਪਣੇ ਭਾਣਜੇ ਨੂੰ ਕਹਿੰਦਾ ਵੀ ਦੇਖ, ਮੈਨੂੰ ਬਦਮਾਸ਼ਾਂ ਨੇ ਘੇਰ ਲਿਆ, ਮੈਨੂੰ ਲੱਗਦਾ ਕਿ ਉਹ ਮੈਨੂੰ ਲੁੱਟਣਾ ਚਾਹੁੰਦੇ ਆ, ਮੇਰੀ ਜਾਨ ਨੂੰ ਖਤਰਾ ਹੈ। ਪਰਿਵਾਰ ਅਤੇ ਪੁਲਿਸ ਜਦੋਂ ਘਟਨਾ ਸਥਾਨ ਤੇ ਪਹੁੰਚੀ ਤਾਂ ਉਹਨਾਂ ਨੂੰ ਰਾਮ ਮੇਹਰ ਦੀ ਸੜੀ ਹੋਈ ਕਾਰ ਵੀ ਮਿਲੀ। ਕਾਰ ਦੇ ਵਿੱਚ ਸੜੀ ਅੱਧ ਸੜੀ ਇੱਕ ਲਾਸ਼ ਵੀ ਮਿਲੀ। ਪਹਿਲਾਂ ਪੁਲਿਸ ਨੂੰ ਵੀ ਪਰਿਵਾਰ ਨੂੰ ਵੀ ਲੱਗਿਆ ਕਿ ਸ਼ਾਇਦ ਕਾਰ ਦੇ ਵਿੱਚ ਰਾਮ ਮੇਹਰ ਦੀ ਕਾਰ ਸੀ ਤੇ ਕਾਰ ਦੇ ਵਿੱਚ ਜਿਹੜੀ ਸੜੀ ਲਾਸ਼ ਮਿਲ ਰਹੀ ਹੈ ਉਹ ਰਮਲੂ ਦੀ ਨਹੀਂ, ਰਾਮ ਮੇਹਰ ਦੀ ਹੈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਵਪਾਰੀ ਤਾਂ ਜਿੰਦਾ ਹੈ, ਉਹਨੇ ਤੇ ਆਪਣੀ ਮੌਤ ਦਾ ਨਾਟਕ ਰਚਿਆ। ਸਿਰ ਦੇ ਉੱਤੇ ਕਰਜ਼ ਸੀ ਤੇ ਉਹ ਕਰਜ਼ ਪਾਸੇ ਕਰਨ ਦੇ ਵਾਸਤੇ ਉਸਨੇ ਸੋਚਿਆ ਕਿ ਜਿਹੜੀ ਬੀਮਾ ਪਾਲਿਸੀ ਲਈ ਹੋਈ ਹੈ ਉਹਦੀ ਰਕਮ ਮਿਲ ਜਾਏਗੀ। ਪੁਲਿਸ ਨੇ ਹੁਣ ਰਾਮ ਮੇਹਰ ਨੂੰ ਬੀਤੇ ਦਿਨੀ ਛੱਤੀਸਗੜ੍ਹ ਦੇ ਬਲਾਸਪੁਰ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਇਸ ਸ਼ਾਤਰ ਵਪਾਰੀ ਨੇ, ਜਿਸ ਨੂੰ ਕਈ ਘੰਟਿਆਂ ਦੀ ਇਕੱਲੇ ਰੱਖ ਕੇ ਜਦੋਂ ਬੰਦ ਕਮਰੇ ਦੇ ਵਿੱਚ ਪੁਲਿਸ ਜਿਵੇਂ ਪੁੱਛਗਿੱਛ ਕਰਦੀ ਹੁੰਦੀ ਆ, ਪੁੱਛਗਿੱਛ ਕੀਤੀ ਨਾ,
ਰਾਮ ਮੇਹਰ ਨੇ ਆ ਸਾਰੀ ਦੀ ਸਾਰੀ ਕਹਾਣੀ ਪੇਸ਼ ਕਰ ਦਿੱਤੀ, ਬਿਆਨ ਕਰ ਦਿੱਤੀ ਕਿ ਮੈਂ ਬੀਮੇ ਦੀ ਰਕਮ ਲੈਣ ਦੇ ਵਾਸਤੇ ਆਪਣੇ ਭਾਣਜੇ ਨੂੰ ਫੋਨ ਕਰਕੇ ਆ ਦੱਸਿਆ। ਭਾਣਜੇ ਨੂੰ ਇਸ ਗੱਲ ਦਾ ਉੱਕਾ ਹੀ ਇਲਮ ਨਹੀਂ ਸੀ ਕਿ ਵਾਕਈ ਮੈਨੂੰ ਬਦਮਾਸ਼ਾਂ ਨੇ ਸੱਚੀ ਮੁੱਚੀ ਘੇਰਿਆ ਜਾਂ ਮੈਂ ਕਹਾਣੀ ਰਚੀ ਹੈ। ਕਾਰ ਵੀ ਸਾੜੀ, ਬੰਦੇ ਦਾ ਕਤਲ ਵੀ ਕੀਤਾ ਅਤੇ ਆਪ ਉੱਥੋਂ ਫਰਾਰ ਵੀ ਹੋ ਗਿਆ। ਅਦਾਲਤ ਦੇ ਵਿੱਚ ਰਾਮ ਮੇਹਰ ਨੂੰ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਅਦਾਲਤ ਨੇ ਰਿਮਾਂਡ 7 ਦਿਨ ਦਾ ਦੇ ਦਿੱਤਾ ਤੇ ਹੁਣ ਵੇਖਦੇ ਆ ਕਿ ਇਸ ਘਟਨਾ ਦੇ ਵਿੱਚੋਂ ਹੋਰ ਕੋਈ ਕੁਝ ਨਿਕਲਦਾ, ਪਰ ਰਮਲੂ ਦੇ ਪਰਿਵਾਰ ਨੂੰ ਇਸ ਵਕਤ ਕੋਈ ਢਾਰਸ ਨਜ਼ਰ ਨਹੀਂ ਆ ਰਹੀ। ਅਗਲੀ ਖਬਰ ਹਾਥਰਸ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਹਾਥਰਸ ਕੇਸ ਲਗਭਗ ਦੁਨੀਆ ਭਰ ਦੀਆਂ ਅਖਬਾਰਾਂ ਦੀ ਸੁਰਖੀ। ਹੁਣ ਇਸ ਕੇਸ ਨੂੰ CBI ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਯੂਪੀ ਦੇ ਹਾਥਰਸ ਦੇ ਵਿੱਚ 19 ਵਰ੍ਹਿਆਂ ਦੀ ਦਲਿਤ ਲੜਕੀ ਨਾਲ ਸਮੂਹਕ ਜ਼ਬਰ ਜਨਾਹ ਅਤੇ ਕਤਲ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ, ਜਿਸ ਦੀ ਜਾਂਚ ਹੁਣ CBI ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। CBI ਨੇ ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼, ਸਮੂਹਕ ਜ਼ਬਰ ਜਨਾਹ ਅਤੇ SC/ST ਐਕਟ ਦੇ ਤਹਿਤ ਹੁਣ ਮਾਮਲਾ ਦਰਜ ਕਰ ਲਿਆ ਹੈ। ਇਹਦੇ ਤੋਂ ਪਹਿਲਾਂ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਤੇ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣੇ ਵਿੱਚ ਇਸ ਘਟਨਾ ਦੇ ਸਬੰਧ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਯੂਪੀ ਸਰਕਾਰ ਦੀ ਬੇਨਤੀ ਤੇ ਅਤੇ ਉਸ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਤੋਂ ਬਾਅਦ CBI ਨੇ ਇਸ ਸਬੰਧ ਵਿੱਚ ਜਿਹੜਾ ਇਹ ਮਾਮਲਾ ਦਰਜ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ SIT ਭਾਵ ਸਿੱਟ ਦਾ ਗਠਨ ਕੀਤਾ ਹੋਇਆ ਸੀ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਤੁਹਾਨੂੰ ਯਾਦ ਹੋਣਾ ਹੈ ਕਿ ਦਿੱਲੀ ਦੇ ਸਫਦਰਗੰਜ ਹਸਪਤਾਲ ਦੇ ਵਿੱਚ 29 ਸਤੰਬਰ ਨੂੰ ਇਸ ਪੀੜਤ ਲੜਕੀ ਦੀ ਮੌਤ ਹੋਈ ਸੀ ਅਤੇ ਉਸ ਦੇ ਨਾਲ ਆ ਦਰਿੰਦਗੀ ਵਾਲਾ ਭਾਣਾ 14 ਸਤੰਬਰ ਨੂੰ ਵਾਪਰਿਆ ਸੀ। ਪਰ ਬਾਅਦ ਦੇ ਵਿੱਚ ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿ ਜਿਹੜਾ ਦੋਸ਼ੀ ਹੈ ਉਸ ਵਿਅਕਤੀ ਨੇ ਇੱਕ ਚਿੱਠੀ ਲਿਖੀ ਸੀ। ਚਿੱਠੀ ਦੇ ਵਿੱਚ ਉਸਨੇ ਖੁਲਾਸੇ ਕੀਤੇ ਸੀ ਕਿ ਜਿਹੜੇ ਦੋਸ਼ ਮੇਰੇ ਤੇ ਮੇਰੇ ਨਾਲ ਦੇ ਸਾਥੀਆਂ ਤੇ ਲਾਏ ਜਾ ਰਹੇ ਨੇ ਇਹ ਬੇਬੁਨਿਆਦ ਨੇ। ਉਸਨੇ ਚਿੱਠੀ ਵਿੱਚ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਕਿ ਉਸ ਲੜਕੀ ਨਾਲ ਮੇਰੀ ਦੋਸਤੀ ਸੀ, ਪਰਿਵਾਰ ਵਾਲਿਆਂ ਨੂੰ ਮੇਰੀ ਦੋਸਤੀ ਪਸੰਦ ਨਹੀਂ ਸੀ। ਉਸ ਦਿਨ ਮੈਂ ਲੜਕੀ ਨੂੰ ਮਿਲਿਆ ਵੀ ਸੀ ਤੇ ਖੇਤਾਂ ਵਿੱਚ ਮਿਲਿਆ ਸੀ ਅਤੇ ਉਸ ਵਕਤ ਲੜਕੀ ਦਾ ਭਰਾ ਤੇ ਮਾਂ ਵੀ ਉੱਥੇ ਮੌਜੂਦ ਸਨ। ਲੜਕੀ ਨੇ ਮੈਨੂੰ ਆਖਿਆ ਸੀ ਕਿ ਹਾੜਾ ਇੱਥੋਂ ਚਲੇ ਜਾ, ਇਹ ਗੱਲ ਚੰਗੀ ਨਹੀਂ। ਉਹ ਕਹਿੰਦਾ ਮੈਂ ਲੜਕੀ ਦੇ ਕਹੇ ਤੇ ਉੱਥੋਂ ਵਾਪਸ ਆ ਗਿਆ ਸੀ, ਪਰ ਬਾਅਦ ਦੇ ਵਿੱਚ ਜਦੋਂ ਮੈਂ ਪੱਠੇ ਲੈਣ ਗਿਆ ਸੀ, ਡੰਗਰਾਂ ਨੂੰ ਪਾਣੀ ਪਿਲਾਉਣ ਆਪਣੇ ਪਿਤਾ ਨਾਲ ਗਿਆ ਹੋਇਆ ਸੀ, ਮੈਨੂੰ ਤੇ ਪਿੰਡ ਦੇ ਵਿੱਚੋਂ ਖਬਰ ਪਤਾ ਲੱਗੀ ਕਿ ਉਸ ਲੜਕੀ ਨੂੰ ਕੁੱਟਿਆ ਗਿਆ ਤੇ ਕੁੱਟਮਾਰ ਗੰਭੀਰ ਕਰ ਦਿੱਤੀ ਗਈ। ਉਹ ਕਹਿੰਦਾ ਮੈਂ ਨਹੀਂ, ਨਾ ਤਾਂ ਮੈਂ ਜ਼ਬਰ ਜਨਾਹ ਕੀਤਾ, ਨਾ ਮੇਰਾ ਕੋਈ ਨਾਲ ਦੋਸ਼ੀ ਸਾਥੀ ਸੀ। ਤੇ ਅਗਲੀ ਗੱਲ ਉਹ ਕਹਿੰਦਾ ਮਾਂ ਤੇ ਉਸ ਦੇ ਭਰਾ ਨੇ ਕੁੱਟਮਾਰ ਕੀਤੀ ਤੇ ਵੱਧ ਘੱਟ ਸੱਟ ਮਾਰ ਬੈਠੇ। ਉਹਨਾਂ ਸੱਟਾਂ ਦੀ ਪੀੜਾ ਨਾ ਝੱਲਦੀ ਆਖਰਕਾਰ 29 ਸਤੰਬਰ ਨੂੰ ਉਹ ਲੜਕੀ ਦਮ ਤੋੜ ਗਈ ਸੀ। ਹੁਣ ਵੇਖਦੇ ਹਾਂ ਕਿ CBI ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸੋਮਵਾਰ ਨੂੰ ਫੋਰੈਂਸਿਕ ਮਾਹਿਰਾਂ ਦੇ ਨਾਲ ਹਾਥਰਸ ਜਾ ਸਕਦੀ ਹੈ ਤੇ ਹਾਥਰਸ ਦੇ ਵਿੱਚ ਹੁਣ ਤੱਕ ਜੋ ਸਿੱਟ ਨੇ ਕੋਸ਼ਿਸ਼ ਕੀਤੀ ਹੈ ਉਹ ਲਗਭਗ ਸਿੱਟ ਹੋ ਸਕਦਾ ਕਿ ਸਭ ਕੁਝ ਹੁਣ CBI ਨੂੰ ਸੌਂਪ ਦੇਵੇ। ਤੇ ਜਾਣਕਾਰੀ ਮਿਲ ਰਹੀ ਹੈ ਕਿ ਲਗਭਗ ਹੁਣ ਤੱਕ 40 ਕੁ ਪਿੰਡ ਦੇ ਲੋਕਾਂ ਨੂੰ ਪੁੱਛਗਿੱਛ ਵਾਸਤੇ ਨੋਟਿਸ ਭੇਜ ਦਿੱਤੇ ਗਏ ਨੇ। ਹੁਣ ਕਿਹਦੇ ਤੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਦੋਸਤੋ ਅਗਲੀ ਖਬਰ ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਸੁਭਾਅ ਨਾਲ ਸ਼ਾਇਦ ਪਤਾ ਨਹੀਂ ਮੇਲ ਖਾਂਦੀ ਹੈ ਜਾਂ ਇਹਨੂੰ ਕੁਝ ਹੋਰ ਆਖ ਲਈਏ। ਸਾਡੇ ਗੀਤਾਂ ਵਿੱਚ ਵੀ ਹੈ ਜਿੱਥੇ ਪਾਬੰਦੀ ਹਥਿਆਰਾਂ ਤੇ ਅਤੇ ਉੱਥੇ ਹੀ ਅਸੀਂ ਫਾਇਰ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਹੈ ਕਿ ਲਗਭਗ ਹਰ ਇੱਕ ਮੈਰਿਜ ਪੈਲੇਸ ਦੀ ਕੰਧ ਦੇ ਉੱਤੇ ਲਿਖ ਕੇ ਲਾ ਦਿੱਤਾ ਗਿਆ, ਜਾਂ ਇਹ ਕਹਿ ਲਈਏ ਕਿ ਸਰਕਾਰ ਨੇ ਉਹ ਕਾਨੂੰਨ ਬਣਾ ਕੇ ਆਪਣਾ ਇੱਕ ਪੱਲਾ ਝਾੜ ਦਿੱਤਾ। ਤੇ ਗਾਂ ਮੈਰਿਜ ਪੈਲੇਸ ਵਾਲੇ ਕੀ ਕਰਨ, ਉਹਨਾਂ ਨੇ ਵੀ ਉਸ ਕਾਨੂੰਨ ਦਾ ਹਵਾਲਾ ਦੇ ਕੇ ਆਪਣੀ ਕੰਧ ਦੇ ਉੱਤੇ ਬਾਹਰ ਲਿਖ ਕੇ ਚਿਪਕਾ ਦਿੱਤਾ ਕਿ ਇਸ ਮੈਰਿਜ ਪੈਲੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲਿਜਾਣ ਤੇ ਚਲਾਉਣ ਤੇ ਪਾਬੰਦੀ ਹੈ, ਤਾਂ ਕਿ ਕੱਲ੍ਹ ਨੂੰ ਜੇਕਰ ਕੋਈ ਕਾਰਵਾਈ ਹੋਵੇ ਤਾਂ ਲਿਖ ਕੇ ਦੱਸਿਆ ਜਾ ਸਕੇ ਕਿ ਆਹ ਦੇਖੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੋਈ ਹੈ। ਅਸਲ ਦੇ ਵਿੱਚ ਇੱਕ ਲਾਇਬਿਲਿਟੀ ਨਿਭਾਉਣ ਵਾਲੀ ਉਹ ਗੱਲ ਹੈ। ਜਿਸ ਤਰ੍ਹਾਂ ਇਹਨਾਂ ਮੁਲਕਾਂ ਵਿੱਚ ਤੁਸੀਂ ਵੇਖਿਆ ਹੋਣਾ ਕਿਤੇ ਪਾਣੀ ਦਾ ਅੱਧਾ ਗਲਾਸ ਡੁੱਲ ਜੇ, ਸਟੋਰ ਵਾਲੇ ਆਪਣੀ ਖੱਲ ਬਚਾਉਣ ਦੇ ਵਾਸਤੇ, ਆਪਣੀ ਸਕਿਨ ਬਚਾਉਣ ਦੇ ਵਾਸਤੇ ਉੱਥੇ ਵੈਟ ਫਲੋਰ ਤੇ ਸਲਿਪਰੀ ਫਲੋਰ ਦਾ ਇੱਕ ਸਾਈਨ ਲਿਖ ਕੇ ਰੱਖ ਦਿੰਦੇ ਆ ਕਿ ਕੱਲ੍ਹ ਨੂੰ ਕੋਈ ਡਿੱਗਿਆ ਤੇ ਕਹਾਂਗੇ ਦੇਖੋ ਭਾਈ ਅਸੀਂ ਦੱਸਿਆ ਸੀ, ਇਹ ਬੰਦੇ ਨੇ ਸਾਈਨ ਨਹੀਂ ਪੜ੍ਹਿਆ। ਇਸੇ ਹੀ ਤਰ੍ਹਾਂ ਲਗਭਗ ਸਰਕਾਰ ਨੇ ਕਾਨੂੰਨ ਬਣਾ ਕੇ ਖਾਨਾ ਪੂਰਤੀ ਕਰ ਦਿੱਤੀ ਤੇ ਮੈਰਿਜ ਪੈਲਸ ਵਾਲਿਆਂ ਨੇ ਕੰਧਾਂ ਦੇ ਉੱਤੇ ਲਿਖ ਕੇ ਖਾਨਾ ਪੂਰਤੀ ਕਰ ਦਿੱਤੀ।
ਬੀਤੇ ਵੇਲਿਆਂ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੀਆਂ ਮੌਤਾਂ ਹੋਈਆਂ ਨੇ। ਇਹਦੇ ਨਾਲ ਡਾਂਸ ਕਰਨ ਵਾਲੀਆਂ ਲੜਕੀਆਂ ਦੀਆਂ ਮੌਤਾਂ ਹੋਈਆਂ ਨੇ। ਕਈਆਂ ਥਾਵਾਂ ਦੇ ਉੱਤੇ ਕਿਸੇ ਰਿਸ਼ਤੇਦਾਰ, ਕਿਸੇ ਮਿੱਤਰ, ਕਿਸੇ ਦੋਸਤ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਜਾਨਾਂ ਜਾਂਦੀਆਂ ਰਹੀਆਂ ਨੇ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਲੰਧਰ ਅੰਮ੍ਰਿਤਸਰ ਰੋਡ ਤੇ ਬਾਈਪਾਸ ਕੋਲ ਵਿਕਟੋਰੀਆ ਰੈਸਟੋਰੈਂਟ ਤੇ ਬੈਂਕੁਏਟ ਹਾਲ ਦੇ ਵਿੱਚ ਕੁੜਮਾਈ ਦੀ ਪਾਰਟੀ ਚੱਲ ਰਹੀ ਸੀ, ਮੰਗਣੇ ਦੀ ਪਾਰਟੀ ਚੱਲ ਰਹੀ ਸੀ। ਇਸੇ ਹੀ ਦੌਰਾਨ ਜਿਸ ਲੜਕੇ ਦੀ ਮੰਗਣੀ ਸੀ ਉਹਦੇ ਦੋਸਤਾਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਗੀਤ ਇਸ ਤਰ੍ਹਾਂ ਦੇ ਚੱਲਦੇ ਆ, ਸਾਡੇ ਜਨੂਨ ਆਉਂਦਾ ਸਾਨੂੰ। ਇਸੇ ਹੀ ਦੌਰਾਨ ਗੋਲੀ ਇੱਕ ਚੱਲੀ ਤਾਂ ਹਵਾਈ ਫਾਇਰ ਸਮਝ ਕੇ ਕੀਤਾ, ਪਰ ਉਹ ਲੜਕੀ ਮੰਗਣਾ ਜਿਸ ਲੜਕੇ ਦਾ ਹੋ ਰਿਹਾ ਸੀ ਉਹਦੇ ਪੈਰ ਦੇ ਵਿੱਚ ਜਾ ਲੱਗੀ, ਜਿਸ ਕਾਰਨ ਦੇਖਦੇ ਹੀ ਦੇਖਦੇ ਉੱਥੇ ਲਹੂ ਲਹਾਨ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਮਿਲੀ ਤੇ ਪੁਲਿਸ ਪਾਰਟੀ ਦਾ ਵੀ ਕੰਮ ਬਣ ਗਿਆ। SHO ਅਮੋਲਕ ਸਿੰਘ ਸਮੇਤ ਉਹ ਆਪਣੀ ਪਾਰਟੀ ਲੈ ਕੇ ਉੱਥੇ ਪਹੁੰਚ ਗਏ। ਹੁਣ ਕਹਿੰਦੇ ਇਸ ਘਟਨਾ ਦੀ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲੀ ਕਿਵੇਂ, ਗੋਲੀ ਚਲਾਈ ਕਿਵੇਂ। ਮਾਮਲੇ ਨੂੰ ਕਹਿੰਦੇ ਐਨ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ। ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪਰ ਉਹਦੇ ਤੋਂ ਬਾਅਦ ਜ਼ਖਮੀ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ। ਰੰਗ ਵਿੱਚ ਚੰਗੀ ਤਰ੍ਹਾਂ ਭੰਗ ਪੈ ਗਿਆ, ਪੱਟੀਆਂ ਪੁੱਟੀਆਂ ਕਰਾ ਕੇ ਸਭ ਕੁਝ ਟਾਂਕੇ ਟੁੰਕੇ ਲਵਾ ਕੇ ਦੁਬਾਰਾ ਫਿਰ ਲਿਆਂਦਾ ਗਿਆ। ਫਿਰ ਕਣਵਾਈ ਦੀ ਪਾਰਟੀ ਦੁਬਾਰਾ ਸ਼ੁਰੂ ਹੋਈ। ਹੁਣ ਬਈ ਅਸੀਂ ਕਦੋਂ ਤੱਕ ਇਹ ਗੋਲੀਆਂ ਚਲਾਉਂਦੇ ਰਹਾਂਗੇ? ਇਹਦੇ 'ਚ ਕਿਹੜੀ ਸੂਰਮਗਤੀ ਹੈ ਬਈ? ਕਿਸੇ ਪਾਰਟੀ 'ਚ ਗਏ ਆ, 5-7 ਉੱਥੇ ਫਾਇਰ ਕੱਢ ਦਿੱਤੇ। ਕੀ ਗੱਲ ਜੇ ਅਸੀਂ ਫਾਇਰ ਨਹੀਂ ਕੱਢਦੇ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਫਲਾਣਾ ਸਿਉਂ ਵੀ ਪਾਰਟੀ 'ਚ ਆਇਆ? ਚਲੋ ਫਿਰ ਵੀ ਚੰਗਾ ਹੋਇਆ ਕਿ ਪੈਰ 'ਚ ਗੋਲੀ ਲੱਗ ਕੇ ਸਰ ਗਿਆ। ਮਾੜਾ ਮੋਟਾ ਕੋਣ ਇੱਧਰ ਉੱਧਰ ਹੋ ਜਾਂਦਾ, ਉੱਪਰ ਥੱਲੇ ਲੱਗ ਜਾਂਦੀ ਤੇ ਮੁੜ ਕੇ ਜ਼ਿੰਦਗੀ ਲਿਆਂਦੀ ਜਾ ਸਕਦੀ ਸੀ। ਹੁਣ 100 ਤਰ੍ਹਾਂ ਦੇ ਬਹਾਨੇ ਘੜੇ ਜਾਣਗੇ। ਪਹਿਲੀ ਗੱਲ, ਜੇ ਬਹਾਨਾ ਨਾ ਘੜਿਆ ਗਿਆ ਉਮਰ ਭਰ ਦੀ ਯਾਰੀ ਟੁੱਟ ਜਾਣੀ ਹੈ। ਹੁਣ ਕਿਸੇ ਨੇ ਜੇਕਰ ਉਸ ਗੋਲੀ ਚਲਾਉਣ ਵਾਲੇ ਦੇ ਖਿਲਾਫ ਗਵਾਹੀ ਦੇ ਦਿੱਤੀ, ਕਿਉਂਕਿ ਪਹਿਲਾਂ ਹੀ 100 ਬੰਦਿਆਂ ਤੱਕ ਨੂੰ ਆਖਿਆ ਗਿਆ ਕਿ ਇਸ ਤਰ੍ਹਾਂ ਦਾ ਕੋਈ ਵਿਆਹ ਮੰਗਣਾ ਭੋਗ ਹੈ, 100 ਬੰਦਾ ਸੱਦਿਆ ਜਾ ਸਕਦਾ ਹੈ। ਇਹਦਾ ਮਤਲਬ ਉਹ ਬਹੁਤ ਖਾਸ ਬੰਦੇ ਹੀ ਨੇ ਜਿਹੜੇ ਆਪਾਂ ਆਪਣੇ ਮੰਗਣੇ ਤੇ ਕੁੜਮਾਈ ਤੇ ਸੱਦਦੇ ਹਾਂ। ਉਹ ਖਾਸ ਬੰਦਿਆਂ ਦੇ ਵਿੱਚੋਂ ਜਾਂ ਤਾਂ ਹੁਣ ਉਹਨੇ ਆਮ ਹੋ ਜਾਣਾ, ਜਾਂ ਉਹਨੇ ਵਿਰੋਧੀ ਹੋ ਜਾਣਾ, ਜਾਂ ਉਹਨੇ ਦੁਸ਼ਮਣ ਬਣ ਜਾਣਾ। ਜੇ ਨਹੀਂ ਦੱਸਾਂਗੇ ਤਾਂ ਅਸੀਂ ਫਿਰ ਉਸ ਚੀਜ਼ ਨੂੰ ਪੱਠੇ ਪਾ ਰਹੇ ਹਾਂ ਕਿ ਅਸੀਂ ਦੋਸ਼ੀਆਂ ਦਾ ਸਾਥ ਦੇ ਰਹੇ ਹਾਂ। ਭਾਵੇਂ ਕੁਝ ਵੀ ਹੋਵੇ, ਪੰਜਾਬੀਓ ਹੱਥ ਬੰਨ੍ਹ ਕੇ ਬੇਨਤੀ ਹੈ, ਮੰਗਣੇ ਵੀ ਕਰੋ, ਵਿਆਹ ਵੀ ਕਰੋ, ਭੋਗ ਵੀ ਮਨਾਓ, ਖੁਸ਼ੀਆਂ ਵੀ ਮਨਾਓ, ਪਰ ਆਹ ਨਾ ਕੰਮ ਕਰੋ ਕਿ ਗੋਲੀ ਚਲਾਏ ਤੋਂ ਬਗੈਰ ਸਾਨੂੰ ਸਕੂਨ ਹੀ ਨਹੀਂ ਆਉਂਦਾ। ਜਾਂ ਮੈਨੂੰ ਦੱਸ ਦਿਓ ਕਿ ਗੋਲੀ ਚਲਾ ਕੇ ਜਾਂ ਤਾਂ ਵਿਆਹ ਦੀ ਸ਼ਾਨ ਦੇ ਵਿੱਚ ਵਾਧਾ ਹੁੰਦਾ ਹੋਵੇ, ਜਾਂ ਕਿਸੇ ਦੀ ਜਾਨ ਨੂੰ ਕੋਈ ਖਤਰਾ ਅੱਜ ਤੱਕ ਪੈਦਾ ਨਾ ਹੋਇਆ ਹੋਵੇ, ਜਾਂ ਇਹਨਾਂ ਗੋਲੀਆਂ ਨੇ ਅੱਜ ਤੱਕ ਕਿਸੇ ਦੀ ਜਾਨ ਲਈ ਨਾ ਹੋਵੇ। ਜੇ ਸਭ ਕੁਝ ਸਾਡੇ ਉਲਟੀ ਜਾ ਰਿਹਾ ਹੈ, 5, 10, 20, 50, 100, 200 ਦੀ ਗੋਲੀ ਵੀ ਆਉਂਦੀ ਹੋਣੀ ਹੈ, ਫਿਰ ਉਹ ਹਥਿਆਰ ਵੀ ਖਰੀਦਦੇ ਹੋਵਾਂਗੇ। ਮੈਨੂੰ ਦੱਸੋ ਅਸੀਂ ਕਿਹੜੀ ਹੱਦ ਤੇ ਜਾ ਕੇ ਲੜਨਾ ਯਾਰ? ਜੇ ਸਾਨੂੰ ਹਥਿਆਰ ਚਲਾਉਣਾ ਹੀ ਨਹੀਂ ਆਉਂਦਾ ਫਿਰ ਰੱਖਣ ਦਾ ਫਾਇਦਾ ਕੀ? ਸੋ ਘੱਟੋ ਘੱਟ ਇਹਨਾਂ ਬੇਨਤੀਆਂ ਤੇ ਗੌਰ ਕਰਿਓ। ਸੋ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਣ ਜਾ ਰਹੀ ਹੈ। ਸੋ ਉਮੀਦ ਕਰ ਰਿਹਾ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਚੰਗਾ ਲੱਗਿਆ ਲਾਈਕ ਤੇ ਸ਼ੇਅਰ ਕਰਨ ਦੀ ਕੰਜੂਸੀ ਨਾ ਕਰਿਓ। ਹਲੇ ਤੱਕ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲਿਓ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਜਾਣ ਤੋਂ ਪਹਿਲਾਂ ਕਹੇਗਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।